ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਵਿੱਚ ਅੱਜ ਕਾਂਗਰਸ ਦੀ ਹੋਈ ਹਾਰ ਨੂੰ ਲੈ ਕੇ ਇੰਚਾਰਜ ਹਰੀਸ਼ ਚੌਧਰੀ ਦੇ ਵੱਲੋਂ ਇੱਕ ਬੈਠਕ ਕੀਤੀ ਗਈ, ਜਿਸ ਦੇ ਵਿੱਚ ਹਾਰ ਦੇ ਕਾਰਨਾਂ ਦੇ ਉੱਤੇ ਮੰਥਨ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬਲਵੀਰ ਸਿੰਘ ਸਿੱਧੂ, ਕੁਲਜੀਤ ਨਾਗਰਾ, ਪ੍ਰਗਟ ਸਿੰਘ ਆਦਿ ਵੀ ਮੌਜੂਦ ਰਹੇ। ਇਸ ਦੌਰਾਨ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਵੱਡਾ ਹਾਰ ਦਾ ਕਾਰਨ ਦੱਸਿਆ ਗਿਆ, ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰੋਂ ਮਿਲੀ ਕਰੋੜਾਂ ਰੁਪਏ ਦੀ ਰਾਸ਼ि ਨੂੰ ਵੀ ਇਸ ਦਾ ਕਾਰਨ ਦੱਸਿਆ ਗਿਆ। ਉੱਥੇ ਹੀ हरीश चौधरी ने कहा कि इंचार्ज होने के नाते इस हार की जिम्मेदारी वो अपने सिर लेंदे ने। बोला ना, मैं व्यक्तिगत तौर पर सबसे मिला हूँ, सभी कैंडिडेट उम्मीदवारों से मैं मिलूंगा, ठीक है ना। ये हालात जो नीचे हुए हैं उसके कारण पता करूंगा, और जिम्मेवारी की बात जहाँ तक सवाल है, ये व्यक्तिगत तौर पर एज ए इंचार्ज मेरी जिम्मेवारी है। डिक्लेयर करना चाहिए, ठीक सी पार्टी लिए नहीं सी करना चाहिए डिक्लेयर। अज तां ही हाल होया, यही मतना साडा। लेकिन जी साहब थानू नहीं लगता कि कला वो चेहरा नहीं बल्कि कई कांग्रेस पार्टी के लीडर जिहड़े ने वो भी जिम्मेदार बनदे ने? एक्चुअली की है, मैं तां यार गल सुनो, जिन्होंने चीफ मिनिस्टर डिक्लेयर किया, जिन्हें चीफ मिनिस्टर रहे ने, जिन्हें कहा है भी अपना 36,000 मुलाजम पक्के, लाल डोरी की जमीन थोड़ी नौ करांगे, रेता सस्ता करांगे। जिम्मेवार तो मुख्य मंत्री है, दूजे जिम्मेवार की उठा सकदी, पल्ले कुछ नहीं विचारे ਜਿਹਦੇ ਕੋਲ ਕਾਪੀ, ਜਿਹਦੇ ਕੋਲ ਪੈਨ ਹੀ ਨਹੀਂ ਸਾਈਨ ਕਰਨ ਨੂੰ, ਜਿਹਦੇ ਕੋਲ ਪਾਵਰ ਨਹੀਂ, ਉਹਦੀ ਕੀ ਹੋਇਆ? ਇਹ ਇਕੱਲਾ ਮੁੱਖ ਮੰਤਰੀ ਜ਼ਿੰਮੇਵਾਰ ਹੈ, ਹੋਰ ਕੋਈ ਜ਼ਿੰਮੇਵਾਰ ਨਹੀਂ। ਇਹ ਜਿਹੜਾ ਵਿਰੋਧ ਹੈ ਸਰ ਅੱਜ ਕੀਤਾ ਜਾ ਰਿਹਾ ਹੈ, ਜਿਸ ਸਮੇਂ ਇਲੈਕਸ਼ਨ ਪਾਰਟੀ ਮੇਰੀ ਗੱਲ ਸੁਣੋ, ਮੈਂ ਤਾਂ ਵਿਰੋਧ ਤਾਂ 5-4 ਮਹੀਨੇ ਦੀ ਕਹਿ ਰਿਹਾ ਵੀ ਇਹ ਚਿਹਰਾ ਨਹੀਂ ਸਾਨੂੰ ਚਾਹੀਦਾ। ਜਿਹੜਾ ਚਿਹਰਾ ਆਪਣੇ ਪਰਿਵਾਰ 'ਚ ਕੰਟਰੋਲ ਨਹੀਂ ਕਰ ਸਕਦਾ, ਪਰਿਵਾਰ ਨੂੰ ਕਾਬੂ ਨਹੀਂ ਰੱਖ ਸਕਦਾ, ਉਹ ਪੂਰਾ ਪੰਜਾਬ ਕਿਵੇਂ ਕਾਬੂ ਕਰੂ? ਮੈਂ ਤਾਂ ਰੌਲਾ ਪਾ ਰਿਹਾ, ਗੱਲ ਤਾਂ ਸੁਣੇ ਕੋਈ। ਜੀਪੀ ਸਾਹਿਬ ਡਿਮਾਂਡ ਕੀ ਕੀਤੀ ਹੈ ਅੱਜ? ਕੀ ਡਿਮਾਂਡ ਇਹ ਕੀਤੀ ਵੀ ਹੈ, ਸਾਨੂੰ ਚਿਹਰੇ ਇਦਾਂ ਦੇ ਨਹੀਂ ਚਾਹੀਦੇ। ਸਾਨੂੰ ਬਾਕੀ ਜਿਹੜੇ ਲੀਡਰ ਨੇ, ਜਿਨ੍ਹਾਂ ਆਰਗੇਨਾਈਜੇਸ਼ਨ ਚੋਂ ਬੰਦੇ ਆਏ ਸਨ, ਉਹ ਚਾਹੀਦੇ ਜਿਹੜੇ ਕੰਮ ਕਰਨ ਵਾਲੇ ਨੇ, ਜਿਹਨਾਂ ਤੇ ਕੋਈ ਦਾਗ ਨਹੀਂ ਗਾ। ਯਾਰ ਭਾਂਜੇ ਤੋਂ ਪੈਸੇ ਫੜੇ ਜਾ ਰਹੇ ਨੇ ਤੇ ਆਪਣੀ ਘਰ ਵਾਲੀਆਂ ਤੋਂ ਨੌਕਰੀਆਂ ਛਡਾਈਆਂ ਜਾ ਰਹੀਆਂ ਨੇ, ਆਪਣੇ ਭਰਾਵਾਂ ਤੋਂ ਨੌਕਰੀ ਜਿਹਨੂੰ 2.5 ਲੱਖ ਮਿਲਦਾ, ਉਹ ਕਿਉਂ ਛਡਾਈਆਂ ਜਾ ਰਹੀਆਂ? ਯਾਰ ਕੋਈ ਤਾਂ ਕਹਿੰਦਾ ਮੇਰੀ ਵਾਈਫ ਬਿੱਲ ਲਾਈਟ ਦਾ ਬਿੱਲ ਭਰੂਗੀ, ਕੋਈ ਕਹਿੰਦਾ ਕਰਿਆਨਾ ਲੈ ਕੇ ਆਊਗੀ। ਯਾਰ ਕਿਉਂ ਨੌਕਰੀਆਂ ਛਡਾਈ ਜਾ ਰਹੀਆਂ? ਕਿਉਂਕਿ ਪੈਸਾ ਥੋੜੇ ਕੋਲ ਬਲਕ ਚ ਆ ਰਿਹਾ, ਇਸ ਕਰਕੇ ਛਡਾਈਆਂ ਜਾ ਰਹੀਆਂ ਨੇ। ਤੇ ਗੱਲ ਇਹ ਹੈ, ਮੈਂ ਕਿਉਂ ਕਾਰਵਾਈ ਦੀ ਮੰਗ ਕਰਕੇ ਆਏ ਹੋ? ਮੈਂ ਕੀ ਗੱਲ ਹੈ, ਗੱਲ ਸੁਣੋ, ਜਿਹੜੇ ਬੰਦੇ ਆਪਦੇ ਪਰਿਵਾਰ ਤੇ ਕਾਬੂ ਨਹੀਂ ਰੱਖ ਸਕਦੇ, ਉਹ ਪੂਰੇ ਪੰਜਾਬ ਨਹੀਂ ਸਾਂਭ ਸਕਦੇ। ਇਹਨਾਂ ਨੂੰ ਪਾਰਟੀ ਚੋਂ ਇਮੀਡੀਏਟਲੀ ਕੱਢਣਾ ਚਾਹੀਦਾ, ਚਾਹੇ ਉਹ ਮੁੱਖ ਮੰਤਰੀ ਹੋਵੇ। ਜੇ ਮੁੱਖ ਮੰਤਰੀ ਦਾ ਡਿਸਪਲਿਨ ਨਹੀਂ ਆ ਤਾਂ ਮੁੱਖ ਮੰਤਰੀ ਵੀ ਕਰੋ। ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਚੋਂ ਕੱਢਣਾ ਚਾਹੀਦਾ, ਇਦਾਂ ਦੇ ਨੂੰ, ਤਾਂ ਪਾਰਟੀ ਚੱਲੂਗੀ। ਪਾਰਟੀ ਜੇ 2024 ਚ ਆਪਾਂ ਲੜਾਈ ਲੜਨੀ ਹੈ ਤਾਂ ਇਹਨੂੰ ਪਾਰਟੀ ਚੋਂ ਕੱਢਣਾ ਪਊਗਾ। ਬਹੁਤ ਸਾਰੇ ਲੋਕ ਕਹਿ ਰਹੇ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਦੀ ਬਿਆਨਬਾਜ਼ੀਆਂ ਸੀ, ਉਹ ਵੀ ਚੀਜ਼ਾਂ ਨਵਜੋਤ ਸਿੱਧੂ ਦੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ। ਯਾਰ ਦਾਗ ਤਾਂ ਨਹੀਂ ਨਵਜੋਤ ਸਿੱਧੂ ਤੇ। ਨਵਜੋਤ ਸਿੱਧੂ ਦਿੱਤ ਕਰੋ ਪੈਸੇ ਤਾਂ ਨਹੀਂ ਫੜਿਆ ਗਿਆ, ਜਿਹਨਾਂ ਦੇ ਘਰੋਂ ਪੈਸੇ ਫੜਿਆ ਗਿਆ ਉਹ ਜ਼ਿੰਮੇਵਾਰ। ਕਹਿੰਦੇ ਨਵਜੋਤ ਸਿੰਘ ਸਿੱਧੂ ਔਰ ਚੰਨੀ ਦੇ ਵਿੱਚ ਜਿਹੜੀ ਜੁਗਲਬੰਦੀ ਨਹੀਂ ਬਣ ਪਾਈ, ਉਹ ਵੀ ਹਾਰ ਦਾ ਕਾਰਨ ਹੈ। ਯਾਰ ਗੱਲ ਸੁਣੋ, ਦੱਸੋ ਯਾਰ ਉਹਦਾ ਕੀ ਕਸੂਰ ਹੈ? ਮੈਂ ਉਹੀ ਗੱਲ ਕਰਦਾ, ਜਿਹਨੂੰ ਚੀਫ ਮਿਨਿਸਟਰ ਡਿਕਲੇਅਰ ਕਰਤੇ, ਜਿਹਨਾਂ ਬੋਰਡ ਲਾਤੇ 36,000 ਮੁਲਾਜ਼ਮ ਪੱਕੇ ਕਰਤੇ, ਉਹ ਬੋਰਡ ਕਿਉਂ ਝੂਠੇ ਲਾਏ ਗਏ ਜਦੋਂ ਆਪਾਂ ਕੋਈ ਦਿੱਤਾ ਹੀ ਨਹੀਂਗਾ? ਮੈਂ ਕਹਿੰਦਾ ਮੈਂ ਤੈਨੂੰ ਇਹ ਚੀਜ਼ ਦੇ ਦਾਂਗਾ, ਇਹ ਚੀਜ਼ ਦੇ ਦਾਂਗਾ, ਜਾਂ ਦਿੱਤੀ ਨਹੀਂ ਗਈ, ਜਾਂ ਗ੍ਰਾਸ ਰੂਟ ਤੇ ਕੰਮ ਹੀ ਨਹੀਂ ਹੋਇਆ। ਜਦੋਂ ਗ੍ਰਾਸ ਰੂਟ ਤੇ ਚੀਜ਼ ਦੀ ਕੰਮ ਨਹੀਂ ਹੋਇਆ ਤਾਂ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਇਹ ਤਾਂ ਸਿਰਫ ਲਾਰੇ ਲਾ। ਤੁਹਾਡੇ ਹਿਸਾਬ ਨਾਲ ਕਿਹੜਾ ਚਿਹਰਾ ਹੋਣਾ ਚਾਹੀਦਾ ਸੀ? ਐਕਚੁਅਲੀ ਕੀ ਆ, ਜੇ ਚਿਹਰਾ ਹੁੰਦਾ ਤਾਂ ਨਵਜੋਤ ਸਿੰਘ ਸਿੱਧੂ, ਜਾਖੜ ਵਰਗੇ ਹੋਰ ਸਾਡੇ ਚਿਹਰੇ ਨੇ, ਕਿਉਂਕਿ ਸਿੱਧੂ ਸਾਹਿਬ ਪਾਰਟੀ ਛੱਡ ਕੇ ਆਏ ਸੀ, ਸਾਨੂੰ ਪਾਰਟੀ ਨੂੰ ਬੜਾ ਵੱਡਾ ਬੂਝ ਦਿੱਤਾ ਸੀ। ਜੇ ਭਗਵੰਤ ਮਾਨ ਦਾ ਸਹੀ ਮੈਨੇ ਮੁਕਾਬਲਾ ਕਰ ਸਕਦੇ ਤਾਂ ਉਹ ਆਪਣਾ ਨਵਜੋਤ ਸਿੰਘ ਸਿੱਧੂ ਕਰ ਸਕਦਾ ਸੀਗਾ। ਜੇ ਘੱਟੋ ਘੱਟ ਇਹ ਚਿਹਰੇ ਹੁੰਦੇ ਤਾਂ 50 ਸੀਟਾਂ ਜਿੱਤਦੇ। ਉਹ ਜੇ ਚਰਨਜੀਤ ਚੰਨੀ ਵੀ ਜਿੱਤ ਜਾਂਦਾ ਜੇ ਨਵਜੋਤ ਸਿੰਘ ਦਾ ਚਿਹਰਾ ਹੁੰਦਾ। ਅੱਜ ਚੰਨੀ ਕਰਕੇ ਨਵਜੋਤ ਸਿੱਧੂ ਆ ਰਿਹਾ। ਜੀਪੀ ਸਾਹਿਬ ਜਿਸ ਦਿਨ ਇਸ ਜਗ੍ਹਾ ਤੇ ਵੋਟਾਂ ਪਈਆਂ, ਕਿਹਾ ਗਿਆ ਕਿ ਉਸ ਦਿਨ ਸੁਨੀਲ ਜਾਖੜ ਨੂੰ 40 ਤੋਂ 42 ਵੋਟਾਂ ਪਈਆਂ। ਰਾਜਪੁਰਾ ਦੇ ਐਮਐਲਏ ਵੀ ਇਸ ਗੱਲ ਤੇ ਮੋਹਰ ਲਾਉਂਦੇ ਨੇ। ਉਹ ਗੱਲ ਬਿਲਕੁਲ ਠੀਕ ਹੈ। ਗੱਲ ਸੁਣੋ, ਦਲਿਤ ਸਭ ਤੋਂ ਟੁੱਟ ਗਿਆ। ਜਿਹੜਾ ਹਿੰਦੂ ਹੈ, ਹਿੰਦੂ ਨੇ ਸਾਨੂੰ ਵੋਟ ਨਹੀਂ ਪਾਈ, ਜੱਟ ਨੇ ਨਹੀਂ ਪਾਈ, ਠੀਕ ਹੈ ਨਾ। ਦਲਿਤ ਤੇ ਭਰੋਸਾ ਨਹੀਂ ਕੀਤਾ, ਕਿਉਂਕਿ ਦਲਿਤ ਚੀਫ ਮਿਨਿਸਟਰ, ਇਹ ਤਾਂ ਮੈਂ ਤਾਂ ਪਹਿਲਾਂ ਵੀ ਮੀਡੀਆ ਬੋਲ ਕੇ, ਇਹ ਦਲਿਤ ਚੀਫ ਮਿਨਿਸਟਰ ਅਮੀਰ ਹੈ। ਇਹ ਤੇ ਮਹਿਲ ਦੇਖ ਲਓ, ਜਾ ਕੇ ਖਰੜ ਦੇਖ ਲਓ, ਤੁਸੀਂ ਸਾਰੇ ਹੈਗੇ ਹੋ, ਤੁਸੀਂ ਦੇਖੋ ਸੀ ਕਿੱਥੋਂ ਕਿੰਨੀਆਂ ਪ੍ਰਾਪਰਟੀਆਂ, ਕਿੰਨੀਆਂ ਨੇ ਕੋਈ ਗੱਡੀਆਂ ਨੇ, ਇਹ ਕੋਈ ਗਰੀਬ ਨੇ। ਤੇ ਅੱਜ ਲੋਕਾਂ ਨੇ ਤਾਂ ਹੀ ਪਸੰਦ ਨਹੀਂ ਕੀਤਾ ਵੀ ਕਾਂਗਰਸ ਇਸ ਗੱਲ ਦੀ ਇਹਨਾਂ ਗਲਤੀ ਕੀਤੀ ਹੈ ਵੀ ਜਿਹੜਾ ਚਿਹਰਾ ਇਹ ਬਿਲਕੁਲ ਝੂਠ ਦਿੱਤਾ ਕਿ ਇਹ ਦਲਿਤ ਨਹੀਂ। ਦਲਿਤ ਨੌ ਜ਼ਰੂਰ ਹੈ ਵੀ ਐਸੀ ਜ਼ਰੂਰ ਹੈਗਾ, ਪਰ ਇਹ ਬਹੁਤ ਜ਼ਿਆਦਾ ਅਮੀਰ ਆਦਮੀ ਹੈ। ਇਹਨੇ ਹਰ ਚੀਜ਼ ਨੂੰ ਮੈਨੇਜ ਕਰਨ ਦੀ ਕੰਟਰੋਲ ਕਰਦੇ ਗਿਆ। ਮੇਰੇ ਵਿਰੁੱਧ ਘੱਟੋ ਘੱਟ 5 ਕਰੋੜ ਦੇ ਕਰੀਬ ਇਹਨੇ ਖਰਚਿਆ ਤਾਂ ਕਿ ਜੀਪੀ ਹਾਰੇ। ਯਾਰ ਗੱਲ ਸੁਣ, ਜਿਹੜਾ ਚੀਫ ਮਿਨਿਸਟਰ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੋਵੇ ਤੇ ਉਹ ਕਾਂਗਰਸ ਪਾਰਟੀ ਦੀ ਬਹੁਤਾ ਕਰੇ, ਆਪਦੇ ਭਰਾ ਨੂੰ ਕਾਬੂ ਨਾ ਕਰੇ। ਨਾਲੇ ਬੋਲ ਕੇ ਕਹਿ ਰਿਹਾ ਮੀਡੀਆ ਜਿੱਦਾਂ ਇੰਟਰਵਿਊ ਹੋਈ ਹੈ ਵੀ ਅਸੀਂ ਤਾਂ ਇੱਕੋ ਛੱਤ ਥੱਲੇ ਰਹਿੰਦੇ ਭਰਾ। ਯਾਰ ਇੱਕੋ ਛੱਤ ਥੱਲੇ ਰਹਿੰਦੇ ਪਏ, ਕਾਂਗਰਸ ਦੀ ਵਿਰੋਧਤਾ ਕਰਨੀ ਹੈ, ਕਾਂਗਰਸ ਪਾਰਟੀ ਨੂੰ ਤੰਗ ਕਰਨਾ। ਕਿਉਂ ਨਹੀਂ ਘਰੋਂ ਬਾਹਰ ਕੱਢਿਆ ਗਿਆ ਭਰਾ ਨੂੰ? ਇਦਾਂ ਦੇ ਨੂੰ ਕਿਉਂ ਨਹੀਂ ਨੱਥ ਪਾਈ? ਅੱਜ ਉਹੀ ਆਮ ਪਾਰਟੀ ਦੀ ਸਪੋਰਟ ਕਰ ਰਿਹਾ।
ਦੇਖੋ ਹਾਲੇ ਤਾਂ ਹਫ਼ਤਾ ਵੀ ਨਹੀਂ ਨਿਕਲਿਆ, ਹਾਲੇ ਤਾਂ 5 ਦਿਨ ਆਏ ਆ ਰਿਜ਼ਲਟ ਨੂੰ ਹੋਏ ਨੂੰ। ਅੱਜ ਉਹ ਆਮ ਪਾਰਟੀ ਭਗਵੰਤ ਮਾਨ ਦੀ ਸਪੋਰਟ ਕਰ ਰਿਹਾ, ਭਰਾ ਬਾਰੇ ਕੁਝ ਬੋਲ ਹੀ ਨਹੀਂ ਰਿਹਾ, ਐਕਸੈਪਟ ਵੀ ਨਹੀਂ ਕਰ ਰਿਹਾ ਵੀ ਸਾਡੀ ਹਾਰ ਕਿਉਂ ਹੋਈ ਹੈ। ਚਲੋ ਜੀ ਪ੍ਰੋਬਲਮ ਨਹੀਂ ਸੀ ਤੇ ਫਿਰ ਕਿਉਂ 80 ਸੀਟਾਂ ਤੋਂ ਕਾਂਗਰਸ ਪਾਰਟੀ 18 ਤੇ ਸੀਮਿਤ ਹੋ ਗਈ? ਦੇਖੋ, ਇਹ ਕਈ ਵਾਰੀ ਪੰਜਾਬੀ 20-25 ਸਾਲਾਂ ਬਾਅਦ ਇਹੋ ਜਿਹੀ ਐਕਟ ਕਰਦਾ ਹੈਗਾ। ਇਹ ਵੀ ਪੋਲੀਟੀਕਲ ਕਰੈਕਸ਼ਨਸ ਲਈ ਠੀਕ ਹੈਗੀਆਂ। ਮੈਨੂੰ ਲੱਗਦਾ ਜੋ ਮੈਂਡੇਟ ਹੈਗਾ ਉਹ ਸਾਨੂੰ ਮੰਨਣਾ ਵੀ ਚਾਹੀਦਾ ਔਰ ਉਹਦੀ ਇੰਟਰੋਸਪੈਕਸ਼ਨ ਵੀ ਕਰਨੀ ਚਾਹੀਦੀ ਆ। ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ, ਉਹਦੇ ਤੇ ਸਾਨੂੰ ਕਾਰਨ ਕੀ ਮੰਨਦੇ ਹੋ? ਹਾਰ ਦੇ ਕਾਰਨ ਕੀ ਰਹੇ? ਦੇਖੋ, ਇਹ ਪਿਛਲੇ ਵਾਹਵਾ ਸਮੇਂ ਤੋਂ ਮੈਂ ਸਮਝਦਾ ਕਿ ਪੋਲੀਟੀਕਲ ਸਿਸਟਮ ਦੇ ਅਗੇਂਸਟ ਲੋਕਾਂ ਦਾ ਗੁੱਸਾ ਔਰ ਬਹੁਤੇ ਬੰਦਿਆਂ ਨੇ ਤਾਂ ਕੈਂਡੀਡੇਟ ਵੀ ਨਹੀਂ ਦੇਖਿਆ। ਇਟ ਇਜ਼ ਜਿਹੜੀ ਮੈਨੂੰ ਐਂ ਲੱਗਦਾ ਵੀ ਜਿਹੜਾ ਗੁੱਸਾ ਸੀਗਾ ਉਹ ਪੋਲੀਟੀਕਲ ਪਾਰਟੀਆਂ ਦੇ ਪੋਲੀਟੀਕਲ ਸਿਸਟਮ ਦੇ ਅਗੇਂਸਟ ਸੀ ਔਰ ਖਾਸ ਕਰਕੇ ਯੰਗਸਟਰਸ ਦਾ, ਕਿਉਂਕਿ ਯੰਗਸਟਰਸ ਨੂੰ ਹਿੱਸੇਦਾਰੀ, ਯੰਗਸਟਰਸ ਦੀਆਂ ਜੌਬਸ, ਕਿਉਂਕਿ ਅਲਟੀਮੇਟਲੀ ਸਾਡਾ ਫਿਊਚਰਿਸਟਿਕ ਕੀ ਵਿਊ ਪੁਆਇੰਟ ਹੈਗਾ, ਉਹਦੇ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਔਰ ਮੈਨੂੰ ਨਹੀਂ ਲੱਗਦਾ, ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਸੂਬੇ ਦੀ ਜਨਤਾ ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਜਦੋਂ ਪੂਰੇ ਨਹੀਂ ਹੋਏ ਤੇ ਜਨਤਾ ਨੇ ਦੂਜੀ ਪਾਰਟੀ ਨੂੰ ਮੈਂਡੇਟ ਦਿੱਤਾ? ਇਹ ਇਕੱਲੀ ਉਹ ਗੱਲ ਨਹੀਂ ਹੈ। ਪਿਛਲੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਪੰਜਾਬੀ 20-25 ਸਾਲਾਂ ਬਾਅਦ ਇਦਾਂ ਦੀ ਕਿਤੇ ਨਾ ਕਿਤੇ ਕਰੈਕਸ਼ਨ ਕਰਦਾ ਹੈਗਾ। ਤੁਹਾਨੂੰ ਯਾਦ ਹੋਣਾ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕੁਝ ਕੈਂਡੀਡੇਟ ਜੇਲ੍ਹਾਂ 'ਚ ਬੈਠੇ ਜਿੱਤ ਗਏ ਸੀਗੇ। ਸੋ ਮੈਨੂੰ ਲੱਗਦਾ ਉਹੋ ਜਿਹੀ ਕਰੈਕਸ਼ਨ ਆ ਔਰ ਮੈਨੂੰ ਲੱਗਦਾ ਇਹਨੂੰ ਸਾਨੂੰ ਐਕਸੈਪਟ ਕਰਨਾ ਵੀ ਚਾਹੀਦਾ, ਸਾਨੂੰ ਉਹਦੇ ਤੇ ਪਹਿਰਾ ਵੀ ਦੇਣਾ ਚਾਹੀਦਾ, ਸਾਨੂੰ ਆਉਣ ਵਾਲੇ ਸਮੇਂ ਲਈ ਵਿਜ਼ੂਅਲਾਈਜ਼ ਵੀ ਕਰਨਾ ਚਾਹੀਦਾ ਕਿ ਕਿਹੜੀਆਂ ਕਰੈਕਸ਼ਨਸ ਦੀ ਸਾਨੂੰ ਜ਼ਰੂਰਤ ਹੈਗੀ ਆ। ਕਾਂਗਰਸ ਦਾ ਕਾਰਨ ਸੀ, ਕਹਿੰਦੇ ਸੀ ਐਜੂਕੇਸ਼ਨ ਮੰਤਰੀ ਕਦੇ ਜਿੱਦਾਂ ਨਹੀਂ, ਤੁਸੀਂ ਦੁਬਾਰੇ ਜਿੱਤ ਕੇ ਆਏ। ਬਰਨਾਲੇ ਵਾਲੇ ਕਹਿੰਦੇ ਸਰਕਾਰ ਵਾਲਾ ਮੰਤਰੀ ਨੇ ਐਮਐਲਏ ਨਹੀਂ ਚਾਹੁੰਦੇ, ਸਰਦੂਲਗੜ੍ਹ ਵਾਲੇ ਕਦੇ ਐਮਐਲਏ ਉਹ ਨਹੀਂ ਚਾਹੁੰਦੇ, ਪਰ ਇਸ ਵਾਰ ਸੱਤਾ ਧਿਰ ਦੇ ਐਮਐਲਏ ਉੱਥੇ ਵੀ ਜਿੱਤੇ ਔਰ ਸਿੱਖਿਆ ਮੰਤਰੀ ਵੀ ਦੁਬਾਰੇ ਜਿੱਤ ਕੇ ਆਏਗਾ। ਦੇਖੋ, ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ ਗੱਲ ਕਹਿੰਦੇ ਆ, ਕਿਉਂਕਿ ਜਦੋਂ ਮੈਂ ਪਿਛਲੀ ਵਾਰੀ ਜਿੱਤਿਆ ਸੀ ਕਹਿੰਦੇ ਸੀ ਛਾਉਣੀ ਤੋਂ ਕੋਈ ਦੂਜੀ ਵਾਰੀ ਵਿਧਾਇਕ 1952 ਤੋਂ ਬਾਅਦ ਨਹੀਂ ਜਿੱਤਿਆ। ਫਿਰ ਇਸ ਵਾਰੀ ਜਿੱਤਿਆ ਤੇ ਫਿਰ ਉਹ ਕਹਿੰਦੇ ਸੀ ਐਜੂਕੇਸ਼ਨ ਮਿਨਿਸਟਰ ਨਹੀਂ ਜਿੱਤਦਾ, ਫਿਰ ਮੈਂ ਤਾਂ ਉਹ ਵੀ ਜਿੱਤਿਆ। ਮੈਂ ਤਾਂ ਆਪਣੇ ਕ੍ਰਿਟਿਕਸ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਜਿਸ ਬੰਦੇ ਦੇ ਕ੍ਰਿਟਿਕਸ ਨਹੀਂ ਹੈਗੇ ਉਹ ਬੰਦਾ ਗਰੋ ਨਹੀਂ ਕਰਦਾ, ਉਹਨੂੰ ਆਪਣੀਆਂ ਗਲਤੀਆਂ ਦਾ ਪਤਾ ਨਹੀਂ ਲੱਗਦਾ। ਸੋ ਮੈਂ ਤਾਂ ਹਮੇਸ਼ਾ ਉਹਨਾਂ ਦਾ ਧੰਨਵਾਦ ਪਹਿਲਾਂ ਕਰਦਾ ਹੁੰਦਾ ਵੀ ਭਾਈ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਆਗਾਹ ਕਰਦੇ ਰਹਿੰਦੇ ਹੋ, ਮੈਨੂੰ ਜਗਾਉਂਦੇ ਰਹਿੰਦੇ ਹੋ, ਮੇਰੇ ਹੁੱਜਾਂ ਮਾਰਦੇ ਰਹਿੰਦੇ ਹੋ। ਔਰ ਦੂਸਰੀ ਗੱਲ ਹੈ, ਮੈਂ ਜ਼ਿੰਦਗੀ 'ਚ ਹਾਰਾਂ ਜਿੱਤਾਂ ਬਹੁਤ ਦੇਖੀਆਂ ਹੈਗੀਆਂ, ਓਲੰਪਿਕ ਮੂਵਮੈਂਟ ਤੱਕ ਵੀ ਦੇਖੀਆਂ ਹੈਗੀਆਂ ਔਰ ਉਹਦੇ ਤੋਂ ਬਾਅਦ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋਣੀਆਂ ਸੁਭਾਵਿਕ ਹੈ। ਮੇਰੀ ਈਵਨ ਕਿ ਸਾਰੇ ਕਾਂਗਰਸ ਦੇ ਜਿਹੜੇ ਵਰਕਰਸ ਹੈ, ਲੀਡਰਸ ਹੈ, ਉਹਨਾਂ ਨੂੰ ਅਪੀਲ ਹੈ ਕਿ ਇੱਕ ਦੂਸਰੇ ਤੇ ਚਿੱਕੜ ਨਾ ਸਿੱਟੋ। ਸਮਾਂ ਲੰਘੇ ਤੋਂ ਬਾਅਦ ਕੋਈ ਵੀ ਗੱਲ ਕਹਿਣੀ ਮੈਨੂੰ ਲੱਗਦਾ ਉਹ ਬਹੁਤੀ ਵਾਜਬ ਨਹੀਂ ਹੁੰਦੀ। ਇੰਟਰੋਸਪੈਕਸ਼ਨ ਕਰਕੇ ਗਾਂਹ ਵਧਣ, ਕਿਉਂਕਿ ਜ਼ਿੰਦਗੀ ਕਦੀ ਖਤਮ ਨਹੀਂ ਹੋ ਜਾਂਦੀ। ਮੈਂ ਤਾਂ ਹਮੇਸ਼ਾ ਪੋਜ਼ਿਟਿਵ ਦੇਖਦਾ ਹੁੰਦਾ। ਲੇਕਿਨ ਅੱਧਾ ਗਲਾਸ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ, ਜੀਪੀ ਦਾ ਬਿਆਨ ਹੈ ਜੀ। ਦੇਖੋ, ਹਰ ਇੰਡੀਵਿਜੂਅਲ ਇੱਕ ਸੋਚ ਰੱਖ ਸਕਦਾ, ਬਟ ਮੈਂ ਫਰੋਮ ਦਾ ਪਾਰਟੀ ਵਿਊ ਪੁਆਇੰਟ, ਜਨਰਲ ਸੈਕਟਰੀ ਆਰਗੇਨਾਈਜੇਸ਼ਨ, ਜਦੋਂ 92 ਓਲੰਪਿਕ ਤੋਂ ਬਾਅਦ ਅਸੀਂ ਓਲੰਪਿਕ 'ਚ ਹਾਰੇ ਆ, ਉਦੋਂ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ। 96 ਤੋਂ ਬਾਅਦ ਕਈ ਵਾਰੀ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ, ਪਰ ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ। ਜ਼ਿੰਦਗੀ ਨੂੰ ਪੋਜ਼ਿਟਿਵ ਫਰੇਮ 'ਚ ਲੈ ਕੇ ਇਹਨੂੰ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ। ਜਿਹੜੀਆਂ ਗਲਤੀਆਂ ਹੋਈਆਂ, ਇੱਕ ਟੀਮ ਬਣਾਉਣ ਦੀ ਜ਼ਰੂਰਤ ਹੈ। ਮੈਂ ਹਮੇਸ਼ਾ ਟੀਮ ਦਾ ਖਿਡਾਰੀ ਹਾਂ ਔਰ ਟੀਮ ਨੂੰ ਲੈ ਕੇ ਅੱਗੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦਾ। ਮੇਰਾ ਇਹ ਹੈ ਕਿ ਕਮੀ ਵਿਅਕਤੀ ਵਿਸ਼ੇਸ਼ ਤੋਂ ਸ਼ੁਰੂ ਹੁੰਦੀ ਹੈ। ਕਿਸੇ ਤੇ ਜਦੋਂ ਉਂਗਲੀ ਚੁੱਕਣੀ ਹੈ, ਪਹਿਲਾਂ ਮੇਰੇ ਵੱਲ ਵੀ 3 ਆਉਣੀਆਂ ਨੇ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਹਨਾਂ ਕਮੀਆਂ ਦੇ ਵਿੱਚ ਮੈਂ ਆਪ ਵੀ ਜ਼ਿੰਮੇਵਾਰ ਸੀਗਾ। ਸਭ ਤੋਂ ਪਹਿਲਾਂ ਮੈਂ ਵੀ ਜ਼ਿੰਮੇਵਾਰ, ਆਪਣੀ ਨਾਲ ਜ਼ਿੰਮੇਵਾਰੀ ਲਵਾਂ। ਔਰ ਮੈਂ ਉਦੋਂ ਬਾਅਦ ਮੈਂ ਕਿਸੇ ਹੋਰ ਦੇ ਉੱਤੇ ਜਿਹੜਾ ਹੈਗਾ ਆ ਮੈਂ ਕੁਝ ਕਹਿ ਸਕਦਾ ਆ, ਪਰ ਜੋ ਕੁਝ ਕਹਿਣਾ ਹੈਗਾ ਆ ਮੈਂ ਮਰਿਆਦਾ ਦੇ ਵਿੱਚ, ਜਥੇਬੰਦੀ ਦੇ ਵਿੱਚ ਹਮੇਸ਼ਾ ਰਹਿਣਾ ਆ। ਇਹ ਗੱਲ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਵੀ ਪਤਾ ਆ। ਤੁਸੀਂ ਹਜ਼ਾਰਾਂ ਸਵਾਲ ਮੈਨੂੰ ਕਰ ਲਓਗੇ ਮੇਰੀ ਜਥੇਬੰਦੀ ਦੇ ਖਿਲਾਫ, ਮੇਰੇ ਲੀਡਰਾਂ ਦੇ ਖਿਲਾਫ, ਮੇਰੇ ਕਿਸੇ ਤਰ੍ਹਾਂ ਦੇ ਉਹਦੇ ਖਿਲਾਫ, ਮੈਂ ਤੁਹਾਨੂੰ ਕੋਈ ਜਵਾਬ ਉਹਦੇ ਉੱਤੇ ਤੁਹਾਡੇ ਮਤਲਬ ਦਾ ਨਹੀਂ ਦਊਂਗਾ। ਉਹ ਮੈਂ ਆਪਣੇ ਅੰਤਰ ਮੰਥਨ ਦੇ ਵਿੱਚ ਹੀ ਗੱਲ ਕਰਾਂਗਾ ਔਰ ਉਹ ਗੱਲ ਤੁਹਾਡੇ ਕੋਲੇ ਬਾਹਰ ਨਹੀਂ ਆਊਗੀ।
ਔਰ ਜਿਹੜਾ ਕੋਈ ਆ ਕੇ ਬਾਹਰ ਗੱਲ ਵੀ ਕਰੂਗਾ ਉਹਦੀ ਆਪਣੀ ਗੱਲ ਹੋਊਗੀ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ। ਪਰ ਜਿਹੜਾ ਜਥੇਬੰਦੀ ਦੇ ਵਿੱਚ ਅੰਦਰ ਗੱਲ ਨਾ ਕਰੇ ਔਰ ਬਾਹਰ ਜਿਹੜਾ ਹੈਗਾ ਆ ਆਪਣਾ ਜਿਹੜਾ ਹੈਗਾ ਆ ਅਸੀਂ ਇੱਥੇ ਬੋਲੀ ਜਾਵਾਂਗੇ। ਤੁਹਾਡੀਆਂ ਰੋਜ਼ ਖਬਰਾਂ ਬੰਨੀਆਂ ਨੇ, ਤੁਸੀਂ ਮਸਾਲੇ ਵਾਲੀਆਂ ਖਬਰਾਂ ਦੇਣੀਆਂ ਨੇ ਰੋਜ਼, ਉਹ ਤੁਸੀਂ ਪਹਿਲਾਂ ਵੀ ਦਿੰਦੇ ਸੀ। ਤਾਂ ਸਰ ਖਬਰ ਚੱਲਣੀ ਆ ਨਾ, ਮਸਾਲਾ ਐਦਾਂ ਤਾਂ ਨਹੀਂ ਲੱਗਦਾ। ਮੈਂ ਕਹਿੰਦਾ ਮੈਂ ਤਾਂ ਤੁਹਾਨੂੰ ਸ਼ਰਿਆਮ ਬਾਹਰ ਆ ਕੇ ਕਹਿੰਦੇ ਮੈਂ ਕਹਿੰਦਾ ਚੰਨੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿਓ। ਮੈਂ ਦੇਖੋ ਮੇਰੀ ਇੱਕ ਗੱਲ ਸੁਣੋ, ਮਸਾਲਾ ਤੁਸੀਂ ਲਾ ਰਹੇ ਹੋ ਜਾਂ ਮੀਡੀਆ ਲਾ ਰਿਹਾ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਿਹਾ ਵੀ ਜਿਹੜੀ ਖਬਰ ਤੁਹਾਨੂੰ ਕੁਲਜੀਤ ਨਾਗਰਾ ਤੋਂ ਚਾਹੀਦੀ ਹੈ ਉਹ ਅੰਦਰ ਹੀ ਮਿਲੂਗੀ। ਔਰ ਮੈਂ ਬੜਾ ਇਸ ਵਾਸਤੇ ਬਿਲਕੁਲ ਡਿਸਪਲਿਨ ਵਾਲਾ ਸਿਪਾਹੀ ਹਾਂ ਜੀ। ਮੈਂ ਤੁਹਾਨੂੰ ਇੱਕ ਸ਼ਬਦ ਕਿਹਾ ਆ ਕਿ ਕਮੀਆਂ ਰਹੀਆਂ ਨੇ ਤੇ ਜਿਹਦੇ ਕਰਕੇ ਸਾਨੂੰ ਲੋਕਾਂ ਨੇ ਐਡਾ ਵੱਡਾ ਸਾਡੇ ਖਿਲਾਫ ਫਤਵਾ ਦਿੱਤਾ ਆ, ਉਹਨੂੰ ਸਿਰ ਮੱਥੇ ਪਹਿਲਾਂ ਪ੍ਰਵਾਨ ਕਰੀਏ, ਆਪਣੇ ਤੇ ਲਾਈਏ। ਕੁਲਜੀਤ ਸਿੰਘ ਨਾਗਰਾ ਪਹਿਲਾਂ ਆਪਣੇ ਆਪ ਨੂੰ ਠੀਕ ਕਰੇ। ਸੁਨੀਲ ਜਾਖੜ ਦਾ ਹਿੰਦੂ ਕਾਡਰ ਨੂੰ ਲੈ ਕੇ ਬਿਆਨ ਚੱਲ ਰਿਹਾ। ਮੈਂ ਕਹਿੰਦਾ ਤੁਸੀਂ ਹਿੰਦੂ ਕਾਡਰ, ਐਸਸੀ ਕਾਡਰ, ਜੱਟ ਕਾਡਰ, ਕਿਹੜਾ ਕਾਡਰ ਪੁੱਛੋਗੇ ਉਹ ਸਾਰੇ ਕਾਡਰ ਅੰਦਰ ਡਿਸਕਸ ਹੋਣਗੇ। ਕਿੱਥੇ ਖਾਮੀਆਂ ਰਹੀਆਂ ਨੇ, ਕਿੱਥੇ ਦੇਖੋ ਪਾਰਟੀ ਦੀ ਕਾਰਗੁਜ਼ਾਰੀ 'ਚ ਖਾਮੀਆਂ ਰਹੀਆਂ ਹੋਣਗੀਆਂ, ਸਾਡੀ ਸਰਕਾਰ ਦੀ ਕਾਰਗੁਜ਼ਾਰੀ 'ਚ ਖਾਮੀਆਂ ਰਹੀਆਂ ਹੋਣਗੀਆਂ ਔਰ ਬਕਾਇਦਾ ਸਾਡੇ ਜਿਹੜੇ ਵੱਖ-ਵੱਖ ਸੁਰ ਹੋਣਗੇ ਉਹਨਾਂ ਦੇ ਆਧਾਰ ਤੇ ਲੋਕਾਂ ਦੇ ਮਨਾਂ ਨੂੰ, ਭਾਵਨਾ ਨੂੰ ਠੇਸ ਪਹੁੰਚੀ ਹੈ, ਜਿਹਦੇ ਕਰਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ। ਬਿਲਕੁਲ ਐਸ ਕੋਈ ਦੋ ਰਾਏ ਨਹੀਂ, ਤਾਂ ਹੀ ਮੈਂ ਸਾਰਾ ਕੁਝ ਜ਼ਿਕਰ ਕੀਤਾ ਹੈ। ਕੱਲਾ ਇਨਡਿਸਪਲਿਨ ਨਹੀਂ, ਪਾਰਟੀਆਂ ਦੇ ਲੀਡਰਾਂ ਦੀ ਵੱਖਰੀ ਸੁਰਾਂ ਹੋਣਗੀਆਂ, ਉਹਦੇ ਕਰਕੇ ਪਾਰਟੀ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਰਿਹਾ। ਅੱਜ ਵੀ ਜਿਹੜੀ ਸੁਰਾਂ ਹੋਣਗੀਆਂ ਉਹ ਵੱਖਰੀਆਂ ਬੋਲ ਰਹੀਆਂ। ਸੋ ਜੇ ਹੁਣ ਨਹੀਂ ਸਿਆਣੇ ਬਣਾਂਗੇ ਕਦ ਬਣਾਂਗੇ? ਅੱਜ ਕਿਉਂਕਿ ਜਿਹੜਾ ਪਾਰਟੀ ਦਾ ਇੱਕ ਰੁਤਬਾ ਸੀ ਉਸ ਰੁਤਬੇ ਨੂੰ ਠੇਸ ਪਹੁੰਚੀ, ਨੁਕਸਾਨ ਹੋਇਆ। ਤਾਂ ਅੱਜ ਅਸੀਂ ਵਜੂਦ ਬਚਾਉਣਾ ਕਾਂਗਰਸ ਪਾਰਟੀ ਦਾ, ਸਾਡੇ ਸੁਰ ਵੀ ਸਾਡੇ ਇਕੱਠੇ ਹੋਣੇ ਪੈਣੇ ਆ। ਕੀ ਲੱਗਦਾ ਕਾਕਾ ਅਮਰਿੰਦਰ ਸਿੰਘ ਨੂੰ ਬਦਲਣ ਦਾ ਜਿਹੜਾ ਫੈਸਲਾ ਸੀ ਉਹ ਗਲਤ ਸੀ? ਹੁਣ ਅਸਤੀਫਾ ਮੰਗੋਗੇ ਕਿਉਂਕਿ ਪਾਰਟੀ ਹਾਈ ਕਮਾਂਡ ਉਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ। ਜੋ ਪਾਰਟੀ ਮੈਨੂੰ ਪੁੱਛੇਗੀ, ਜਿੱਥੇ ਤੱਕ ਮੇਰਾ ਮਤਲਬ ਹੈ ਕਿਉਂ ਹਾਰਿਆ, ਉਹਦਾ ਮੈਂ ਜ਼ਰੂਰ ਆਪਣੇ ਤਹਿਤ ਆਪਣੇ ਵਿਚਾਰ ਰੱਖਾਂਗਾ। ਕਿਉਂਕਿ ਅੱਜ ਪਾਰਟੀ ਨੂੰ ਏਕਤਾ ਦਾ ਸਬੂਤ ਦੇਣ ਦੀ ਲੋੜ ਹੈ। ਵਰਕਰ ਦਾ ਮਨੋਬਲ ਟੁੱਟਿਆ ਹੋਇਆ, ਉਹ ਜੇ ਮਨੋਬਲ ਬਰਕਰਾਰ ਰੱਖਣਾ ਤਾਂ ਅੱਜ ਵੀ ਸੁਰ ਸਾਡੇ ਪਾਰਟੀ ਦੇ ਇੱਕ ਹੋਣੇ ਜ਼ਰੂਰੀ ਹੈ। ਪਹਿਲਾਂ ਵੀ ਸਾਰੇ ਵੱਖਰੇ ਸੁਰ ਸਿੰਘ ਦੇ ਉਹਦੇ ਕਰਕੇ ਨੁਕਸਾਨ ਹੋਇਆ, ਅੱਜ ਵੀ ਅਸੀਂ ਜੇ ਵੱਖਰੇ ਸੁਰਾਂ ਤੇ ਗਾਹਾਂ ਨੂੰ ਆਪਾਂ ਉਮੀਦ ਨਹੀਂ ਰੱਖਦੇ। ਕਾਂਗਰਸ ਹਾਰੀ ਆ ਕਿ ਆਪ ਜਿੱਤੀ ਹੈ? ਦੇਖੋ ਇਹ ਮੇਰਾ ਮੁਤਾਬਿਕ ਕਾਂਗਰਸ ਦੇ ਜਿਹੜੇ ਆਪਣੀ ਆਵਾਜ਼ ਵੱਖਰੀ ਰਹੀ ਹੈ ਉਹਦੇ ਆਧਾਰ ਤੇ ਆਪ ਨੂੰ ਬਹੁਮਤ ਮਿਲੀ ਹੈ। ਇਹ 2017 ਚ ਵੀ ਖਵਾ ਚੱਲੀ ਸੀ, ਉਦੋਂ ਕਿਤੇ ਨਾ ਕਿਤੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕ ਲਈ, ਲੋਕਾਂ ਨੇ ਫਿਰ ਉਹਦੇ ਤਹਿਤ ਵਿਸ਼ਵਾਸ ਕਰ ਲਿਆ, ਉਹ ਭਾਵਨਾ ਨੂੰ ਠੇਸ ਪਹੁੰਚੀ ਤਾਂ ਲੋਕਾਂ ਨੇ ਐਕਟੀ ਮੱਤ ਹੀ ਲਿੱਤਾ ਕਿ ਅਸੀਂ ਇਹਨੂੰ ਬਕਾਇਦਾ ਇੱਕ ਨਵੀਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਨਵੇਂ ਪਾਰਟੀ ਨੂੰ ਸੀ ਇੱਕ ਮੌਕਾ ਦੇਣਾ। ਉਹ ਮੇਰਾ ਖਿਆਲ ਸੋਨੀਆ ਗਾਂਧੀ ਜੀ ਨੇ ਪਹਿਲਾਂ ਹੀ ਕਹਿਤਾ, ਅੱਗੇ ਲੇਟ ਹੋ ਗਏ ਸੀਗੇ, ਜਿਹਦੇ ਕਰਕੇ ਪਹਿਲਾਂ ਹੋਇਆ ਹੁੰਦਾ ਸ਼ਾਇਦ ਹੋਰ ਚੰਗਾ ਤੁਹਾਨੂੰ ਹਾਲਾਤ ਦੇਖਣ ਨੂੰ ਮਿਲਦੇ। ਹਾਰਨ ਦਾ ਇੱਕ ਤਰਫਾ ਹੀ ਮੈਚ ਹੋਇਆ, ਸਾਰੇ ਪੰਜਾਬ ਨੂੰ ਪਤਾ ਅਗਲੇ ਨੇ ਬਦਲਾਅ ਕਰਿਆ, ਕਿਸੇ ਨੂੰ ਦੇਖਿਆ ਨਹੀਂ, ਇਸ ਵਾਰ ਕਿਸੇ ਵਰਕਰ ਨੂੰ ਨਹੀਂ ਦੇਖਿਆ। ਹਾਰ ਸਾਰੀਆਂ ਪਾਰਟੀਆਂ ਹਾਰ ਗਈਆਂ, ਇਕੱਲੀ ਕਾਂਗਰਸ ਗਈ ਜਿਨ੍ਹਾਂ ਨੇ ਅਜੇ ਤੱਕ ਰਾਜ ਕਰਿਆ ਪੰਜਾਬ 'ਚ। ਸਾਰੀਆਂ ਪਾਰਟੀਆਂ ਹਾਰ ਚੁੱਕੀਆਂ। ਅਗਲੇ ਚਾਹੁੰਦੇ ਸੀ ਵੀ ਹਰ ਲੋਕ ਚਾਹੁੰਦਾ ਮੈਨੂੰ ਘਰ ਨੌਕਰੀ ਹੋਵੇ, ਸਾਡੀ ਛੱਤਾਂ ਦੇ ਪੈਸੇ ਮਿਲਣ, ਸਾਨੂੰ 3100 ਪੈਨਸ਼ਨ ਮਿਲੇ, ਸਾਡਾ ਇਹ ਹੋਵੇ। ਕੌਣ ਦੇ ਸਕਦਾ? ਕੋਈ ਵੀ ਨਹੀਂ ਦੇ ਸਕਦਾ ਇੱਥੇ। ਕੋਈ ਕਲਾ ਨਹੀਂ ਰਹੀ, ਕਿਸੇ ਦੀ ਕਲਾ ਨਹੀਂ ਰਹੀ। ਬੀਜੇਪੀ ਕਿਹਦੇ ਨਾਲ ਕਲਾ ਸੀ? ਜਿਹਦੇ ਨੂੰ ਮਰਜ਼ੀ ਨਾਂ ਲਈ ਜਾਓ, ਕੋਈ ਫਾਇਦਾ ਨਹੀਂ ਨਾਂ ਲੈਣ ਦਾ। ਕਾਰਨ ਜਦੋਂ ਪਾਰਟੀ ਸਾਰਾ ਪੰਜਾਬ ਹੀ ਸਿਮਟ ਗਿਆ, ਫਿਰ ਕੀ ਰਹਿ ਗਿਆ? ਕਿਤੇ ਇਲਜ਼ਾਮ ਲਾਏ ਅਸੀਂ? ਹਰ ਬੰਦੇ ਨੇ ਜ਼ੋਰ ਲਾਇਆ, ਚੰਨੀ ਨੇ ਆਪਣਾ ਲਾਇਆ, ਸਿੱਧੂ ਨੇ ਆਪਣਾ ਲਾਇਆ। ਪਾਰਟੀ ਦਾ ਕੀ ਕਸੂਰ ਹੈ? ਕੋਈ ਕਸੂਰ ਨਹੀਂ ਹੈ, ਅਸੀਂ ਆਪਣੇ ਆਪ ਹੀ ਹਾਰੇ ਹਾਂ। तो ਇਹ ਸਨ ਨਵਜੋਤ ਸਿੰਘ ਸਿੱਧੂ ਜੋ ਮੀਟਿੰਗ ਤੋਂ ਬਾਅਦ ਬਿਨਾਂ ਕੁਝ ਕਹੀ ਵਾਪਸ ਚਲੇ ਗਏ ਨੇ ਤੇ ਨਾਲ ਹਰੀਸ਼ ਚੌਧਰੀ ਨੇ ਵੀ ਕੁਝ ਗੱਲਬਾਤ ਨਹੀਂ ਕੀਤੀ। ਇਹੀ ਕਿਹਾ ਕਿ ਬਾਅਦ ਦੇ ਵਿੱਚ ਜਿਹੜਾ ਫੈਸਲਾ ਉਹ ਜਿਹੜਾ ਕੀ ਹੋਇਆ ਫੈਸਲਾ ਉਹ ਬਾਅਦ ਦੇ ਵਿੱਚ ਉਹ ਕਿਹਾ ਜਾਏਗਾ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮਾਲਵਾ ਜ਼ੋਨ ਦੀ ਮੀਟਿੰਗ ਹੋਈ ਸੀ। ਕੀ ਕੁਝ ਕਾਰਨ ਹੈ ਹਾਰ ਦੇ, ਉਹਨੂੰ ਲੈ ਕੇ ਅੱਜ ਮੀਟਿੰਗ ਹੋਈ ਸੀ ਤੇ ਵੱਖ-ਵੱਖ ਅੱਜ ਅੰਤਰ ਜਿਹੜਾ ਕਲੇ ਔਰ ਵੀ ਅੱਜ ਦਿਸਦਾ ਨਜ਼ਰ ਆਇਆ। ਕਿਉਂਕਿ ਤੁਹਾਨੂੰ ਦੱਸ ਦਈਏ ਲਗਾਤਾਰ ਗੁਰਪ੍ਰੀਤ ਸਿੰਘ ਜੀਪੀ ਹੋਵੇ, ਅੱਜ ਖੁੱਲ੍ਹ ਕੇ ਉਹ ਪਾਰਟੀ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਦੇ ਖਿਲਾਫ ਜਿਹੜੇ ਬੋਲਦੇ ਨਜ਼ਰ ਆਏ। ਤੇ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ, ਕੁਲਜੀਤ ਨਾਗਰਾ ਜਾਂਦੇ ਹੋਏ ਦਿਸ ਰਹੇ ਨੇ।
तो मीटिंग खत्म हो चुकी है। मीटिंग खत्म तो होने तो बाद नवजोत ਸਿੰਘ ਸਿੱਧੂ भी जा चुके ने, पर एक सब तो ਵੱਡੀ ਜਿਹੜੀ ਗੱਲ ਸਾਹਮਣੇ ਆਈ ਹੈ, ਅੱਜ ਇੱਕ और ਪਾਰਟੀ ਜਿਹੜੀ ਦੋ ਧੜਿਆਂ ਦੇ ਵਿੱਚ ਫੇਰ ਵੱਟਦੀ ਜਿਹੜੀ ਨਜ਼ਰ ਆਈ ਹੈ, ਕਿਉਂਕਿ ਕੁਝ ਜਿਹੜੇ ਆਗੂ ਸੀਗੇ ਉਹ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਪੱਖ ਵੀ ਪੂਰਦੇ ਨਜ਼ਰ ਆਏ ਕਿ ਜੇਕਰ ਕੋਈ ਇੱਕ ਉਹਨਾਂ ਨੂੰ ਜਿਹੜੇ ਸੀਐਮ ਫੇਸ ਐਲਾਨਾ ਗਿਆ ਹੁੰਦਾ ਤਾਂ ਅੱਜ ਕੁਝ ਔਰ ਇੱਕ ਸਥਿਤੀ ਹੁੰਦੀ। ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਅੱਜ ਚਰਨਜੀਤ ਸਿੰਘ ਚੰਨੀ ਤੇ ਵੱਡੇ ਸਵਾਲ ਚੱਕੇ ਨੇ ਤੇ ਬਹੁਤ ਅੱਜ ਉਹਨਾਂ ਨੇ ਕਿਹਾ ਕਿ ਜੇਕਰ ਚਾਹੇ ਉਹਨਾਂ ਦੀ ਜਿਹੜੇ ਉਹ ਅਮੀਰ ਉਸ ਤਰ੍ਹਾਂ ਦੀ ਗੱਲ ਕਰੀਏ, ਚਾਹੇ ਉਹਨਾਂ ਦੇ ਘਰ ਜਿਹੜੇ ਰਿਸ਼ਤੇਦਾਰ ਦੇ ਘਰ ਜਿਹੜੇ ਪੈਸੇ ਫੜੇ ਗਏ ਸੀ, ਕੁਝ ਇਸ ਤਰ੍ਹਾਂ ਦੇ ਲੈ ਕੇ ਮੁੱਦੇ ਆ ਜਿਹੜੇ ਉਹ ਕਹੇ। ਤੇ ਦੂਜੇ ਜਿਹੜੇ ਔਰ ਲੀਡਰ ਸੀ ਜਿਹੜੇ ਪ੍ਰਗਟ ਸਿੰਘ ਹੋਵੇ ਜਾਂ ਭਾਰਤ ਭੂਸ਼ਣ ਜਿਹੜੇ ਉਹ ਲੀਡਰ ਸੀਗੇ, ਉਹਨਾਂ ਨੇ ਜਿਹੜੇ ਇਹ ਪਾਰਟੀ ਤੋਂ ਇਹੀ ਕਿਹਾ ਕਿ ਜਿਹੜਾ ਹਾਰ ਦੇ ਕਾਰਨ ਤੇ ਮੰਥਨ ਜਿਹੜੀ ਪਾਰਟੀ ਕਰ ਰਹੀ ਕਿ ਕੀ ਕੁਝ ਕਾਰਨ, ਹਾਲਾਂਕਿ ਮੰਨਦੇ ਬਹੁਤ ਵੱਡੇ ਜਿਹੜੇ ਕਾਰਨ ਨੇ ਕਿ ਗੁੱਟਬਾਜ਼ੀ ਵੀ ਸੀਗੀ, ਪਰ ਉਹਨਾਂ ਨੇ ਇਹੀ ਕਿਹਾ ਕਿ ਜੇ ਹੁਣ ਪਾਰਟੀ ਮੰਥਨ ਤੋਂ ਬਾਅਦ ਇੱਕ ਵਾਰ ਫੇਰ ਰਿਵਾਈਵ ਹੋਏਗੀ ਤੇ ਤਗੜੀ ਹੋ ਕੇ ਆਵੇਗੀ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਮੈਂ ਤੁਹਾਡਾ ਲਲਿਤਾ ਜਾਮਲ ਸੁਰਿੰਦਰਪਾਲ ਦੇ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।